गुण सागर, जन्म जन्म को जात बहुरो, आनंद सुख भेटत हर नानक, जन्म करतारथ सफल सवेरो। Siri Guru Ji, जय आप रचयो परपंच आकारो, तेहो गुण मह कीनो विस्तार, पाप पुण्य तह भई कहावत, को नरक को सुरग वंशावतो। पंचम पातशाह गुरुदेव श्री गुरु अर्जन देव महाराज जी जो चल रही लड़ीवार कथा विच सतगुरु पातशाह पावन बाणी श्री सुखमनी साहिब दे विच पावन उपदेश बख्शदे ने। सतगुरु पातशाह पावन उपदेश दिंदे ने, जह आप रचियो परपंच आकार, जिस परिपूर्ण परमात्मा ने आप आकार रूप परपंच नूं रचना कीता, सुंदर जगत की रचना विधाता ने आप कीती है। तेहो गुण मह कीनो विस्तार, तीन गुण ने, रजो गुण, तमो गुण ते सतो गुण। तिन्ना गुणां दे विच विस्तार कीता है परमेश्वर ने। जो तिन्ना गुणां दे देवता ब्रह्मा विष्णु महेश ने, उन्हां नूं साजण वाला भी आप है। पाप पुण्य तह भई कहावत, को नरक को सुरग वंशावत। तब आप नूं कोई पापी कहावंदा होया नरकी मन रहा अपने आप नूं कि मैं पापी हाँ नरक विच जावांगा। कोई पुण्यवान हो के स्वर्ग नूं चाहुंदा है, मैं पुन्नी हाँ मैं स्वर्गवासी होवांगा। पाप पुण्य तह भई कहावत, एक कहावत बन गई। कोई पापी है कहाउंदा मैं नरकां विच जावां, कोई स्वर्ग पुण्यवान उस स्वर्ग नूं चाहुंदा है। आल जाल माया जंजाल, हो मैं मोह भरम पै पार। पातशाह फरमाउंदे ने, किसी माया दे जंजाल तो घर दे समूह कारज आण पए, इसी करके खौमे मोह से भरमवान होया ते उसदे सिर पर पापां दा भार हो गया। दुख सुख मान अभिमान, अनेक प्रकार कियो वख्यान। पातशाह फरमाउंदे ने, दुख ते सुख अपमान रूप अनेक प्रकार के प्रपंच नूं उचारण करीदा है। दुख सुख मान अपमान, किते मान है अपमान है, दुख है सुख है, अनेक प्रकार करके प्रपंच जगत नूं उचारण करीदा। इस तरह शास्त्रां ने अपनी मतां दे अनुसार जगत की रचना नूं कथन किया है। शास्त्रां ने कि इस तरह जगत की रचना हुई है। जो सतगुरु पातशाह
ਪਾਵਨ ਉਪਦੇਸ਼ ਦਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਪਾਤਸ਼ਾਹ ਫਰਮਾਉਂਦੇ ਨੇ ਆਪਣੇ ਖੇਲ ਰੂਪ ਪ੍ਰਪੰਚ ਨੂੰ ਆਪ ਹੀ ਕਰਕੇ ਦੇਖਦਾ ਹੈ ਮੇਰਾ ਵਿਧਾਤਾ, ਮੇਰਾ ਵਾਹਿਗੁਰੂ। ਜਬ ਤਿਸ ਖੇਲ ਨੂੰ ਸੰਕੋਚਦਾ ਪਰਲੇ ਕਰਦਾ, ਕਿਉਂਕਿ ਖੇਲ ਇਹ ਵਿਧਾਤਾ ਨੇ ਰਚਿਆ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਖੇਲ ਮੇਰੇ ਵਾਹਿਗੁਰੂ ਨੇ ਰਚਿਆ। ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਤਮਾਸ਼ਾ ਹੈ ਉਸ ਦਾਤੇ ਪਰਵਤਗਾਰ ਨੇ ਸੁੰਦਰ ਖੇਲ ਦੀ ਰਚਨਾ ਕੀਤੀ, ਸੁੰਦਰ ਜਗਤ ਨੂੰ ਰਚਿਆ ਹੈ। ਜਿਸ ਸਮੇਂ ਖੇਲ ਨੂੰ ਸੰਕੋਚਦਾ ਹੈ ਤਾਂ ਇੱਕ ਆਪ ਹੀ ਹੈ। ਆਪਨ ਖੇਲ ਆਪ ਕਰ ਦੇਖੈ, ਆਪਣੇ ਖੇਲ ਰੂਪ ਪ੍ਰਪੰਚ ਨੂੰ ਮੇਰਾ ਵਾਹਿਗੁਰੂ ਆਪ ਹੀ ਕਰ ਕਰਕੇ ਦੇਖਦਾ ਹੈ। ਬੜਾ ਪ੍ਰਸੰਨ ਹੁੰਦਾ, ਕਿਉਂਕਿ ਚੋਜੀ ਪ੍ਰੀਤਮ ਹੈ, ਭਿੰਨ ਭਿੰਨ ਚੋਜ ਕਰਦਾ ਹੈ। ਖੇਲ ਸੰਕੋਚੈ ਤਉ ਨਾਨਕ ਏਕੈ। ਪਾਤਸ਼ਾਹ ਫਰਮਾਉਂਦੇ ਨੇ ਪਰਲੇ ਕਰਦਾ ਸੰਕੋਚ ਭਾਵ ਜਗਤ ਦਾ ਨਾਸ ਹੋ ਜਾਂਦਾ ਤੇ ਸਵੈਮ ਇੱਕ ਅਦੁੱਤੀ ਮੇਰਾ ਵਾਹਿਗੁਰੂ ਰਹਿ ਜਾਂਦਾ। ਕਿਉਂਕਿ ਸਾਜਣ ਵਾਲਾ ਵੀ ਆਪ ਸੀ, ਲੈ ਕਰਨ ਵਾਲਾ ਵੀ ਆਪ, ਕੋਈ ਦੂਜਾ ਨਹੀਂ। ਜਹ ਅਬਗਤ ਭਗਤ ਤਹ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਜਿੱਥੇ ਵਾਹਿਗੁਰੂ ਹੈ ਉੱਥੇ ਭਗਤ, ਜਿੱਥੇ ਭਗਤ ਉੱਥੇ ਆਪ ਹਾਜ਼ਰ ਹੈ ਮੇਰਾ ਗੁਰੂ ਨਾਨਕ। ਇਹ ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਇਹ ਸੰਤਾਂ ਦੀ ਮੰਡਲੀ ਹੈ। ਜਿੱਥੇ ਗੁਰੂ ਨਾਨਕ ਹਾਜ਼ਰਾ ਹਜੂਰ ਵਰਤਦਾ ਹੈ, ਸੰਤ ਮੰਡਲ ਮੈਂ ਹਰ ਮਨ ਵਸੈ। ਸੰਤ ਮੰਡਲ ਮੈਂ ਦੌਲਤ ਸਭ ਨਸੈ, ਖੋਟੀ ਮਤ ਛੱਡ ਕੇ ਚਲੀ ਜਾਂਦੀ। ਇਹ ਗੁਰੂ ਨਾਨਕ ਦਾ ਘਰ ਹੈ। ਪਾਤਸ਼ਾਹ ਫਰਮਾ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ, ਜਹ ਅਬਗਤ, ਜਿੱਥੇ ਵਾਹਿਗੁਰੂ, ਜਹ ਅਬਗਤ ਭਗਤ ਤਹ ਆਪ, ਤਹਾਂ ਭਗਤ, ਜਿੱਥੇ ਭਗਤ ਉੱਥੇ ਮੇਰਾ ਗੁਰੂ ਨਾਨਕ ਆਪ ਹਾਜ਼ਰ ਹੈ। ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਜਿੱਥੇ ਆਪਣੀ ਈਸ਼ ਰਜਲਤਾ ਦਾ ਪਸਾਰਾ ਪਸਾਰਿਆ, ਸੋ ਵੀ ਸੰਤ ਦੇ ਪ੍ਰਤਾਪ ਦੀ ਅਦਕਤਾ ਲਈਏ ਪਸਾਰਿਆ। ਕਿ ਮੈਨੂੰ ਮੰਨਣ ਵਾਲੇ, ਪੂਜਣ ਵਾਲੇ, ਕਿ ਮੇਰੇ ਜਨ ਦੀ ਵਡਿਆਈ ਹੋਵੇ, ਸੋਭਾ ਹੋਵੇ। ਇਹ ਵਾਹਿਗੁਰੂ ਨੇ ਸੁੰਦਰ ਜਗਤ ਦੀ ਰਚਨਾ ਕੀਤੀ। ਕਿਉਂਕਿ ਜੋ ਹਰ ਦਾਸਨ ਕੀ ਉਸਤਤ ਹੈ, ਸਾਂ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਪਰਾਈ। ਜਦੋਂ ਮੇਰੇ ਵਾਹਿਗੁਰੂ ਨੂੰ ਆਪਣੀ ਵਡਿਆਈ ਭਾਉਂਦੀ, ਆਪਣੇ ਪਿਆਰੇ ਦੀ ਜੈ ਜੈਕਾਰ ਕਰੋ। ਕਿਉਂਕਿ ਉਹ ਵੱਡਾ ਮਾਲਕ ਸਮਰੱਥ ਹੈ ਮੇਰਾ ਪਰਵਰਦਗਾਰ, ਮੇਰਾ ਸਤਿਗੁਰੂ। ਦੋ ਪਾਖ ਕਾ ਆਪ ਹੈ ਧਨੀ, ਉਨ ਕੀ ਸੋਭਾ ਉਨਹੁ ਬਣੀ। ਦੋ ਪੱਖ ਨੇ, ਲੋਕ ਤੇ ਪਰਲੋਕ। ਭਗਤ ਅਭਗਤ ਦੋਨਾਂ ਦਾ ਆਪ ਹੀ ਸੁਆਮੀ। ਕੋਈ ਭਗਤ ਹੈ, ਕੋਈ ਅਭਗਤ ਹੈ, ਕੋਈ ਗੁਰਮੁਖ, ਕੋਈ ਮਨਮੁਖ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ, ਪਰ ਮਾਲਕ ਤਾਂ ਸਭਨਾਂ ਦਾ ਆਪ ਹੈ। ਉਸ ਪਰਮੇਸ਼ਰ ਦੀ ਸੋਭਾ ਉਸ ਨੂੰ ਹੀ ਬਾਣੇ ਆਈ ਹੈ। ਉਨ ਕੀ ਸੋਭਾ ਉਨਹੁ ਬਣੀ। ਜਿਸ ਦੇ ਤੁਲ ਔਰ ਕੋਈ ਵੀ ਨਹੀਂ। ਉਹ ਮਾਲਕ ਕੈਸਾ ਹੈ, ਸਰਬ ਵਿਆਪਕ ਹੈ, ਜਰਰੇ ਜਰਰੇ ਵਿੱਚ ਰਮਿਆ ਹੈ, ਘਟ ਘਟ ਵਿੱਚ ਬੈਠਾ ਹੈ। ਆਪ ਹੈ ਕੌਤਕ ਕਰੈ ਆਨੰਦ ਚੋਜ, ਆਪ ਹੈ ਰਸ ਭੋਗਨ ਨਿਰ ਜੋਗ। ਆਪ ਹੀ ਆਪਣੇ ਆਨੰਦ ਕਰਕੇ ਵਿਲਾਸਾਂ ਸੇ ਕੌਤਕ ਕਰ ਰਿਹਾ, ਕਿਉਂਕਿ ਚੋਜੀ ਪ੍ਰੀਤਮ ਹੈ। ਆਪ ਹੀ ਰਸਾਂ ਨੂੰ ਭੋਗਦਾ ਹੋਇਆ ਅਸੰਗ ਵੀ ਰਹਿੰਦਾ ਹੈ।
क्योंकि बड़ा जोगी भी आप कोई भोगी भी आप, फिर असंग भी है कोई लेव भी नहीं, क्योंकि चोजी प्रीतम दे भैन भैन चोज ने। जिस भावै तिस आपन नाय लावै, जिस भावै तिस खेल खिलावै। जिसनों चाहुंदा है मेरा परवरदिगार मेरा गुरु नानक इसनों अपने नाम दे विच ला लैंदा, क्योंकि उसनों भा गए प्यारे लगे, फिर दात नाम दी झोली विच पा दिंदा नाम जपदा, क्योंकि उसकी मेहर तो बिना नाम नहीं जपिया जाता। जिसनों तेरी मेहर सो तेरी बंदगी, क्योंकि मेहर है गुरु नानक दी, बंदगी करेगा आप लाउंदा। जिसनों चाहुंदा है तो इसनों मन मुक्ता करके रासी दे खेल विच खिलाउंदा, कि इस दे ऐसे कर्म ने सजावां देणियां ने आप ला दिंदा। जिस भावै तिस खेल खिलावै, नूं जन्मां विच पा दिंदा कि हुण तूं सजावां भुगत, क्योंकि उस दाते दे हुक्म तो बिना कुछ नहीं। बेसुमार अथा अगनत अतोलै, ज्यों बुलावो त्यों नानक दास बोलै। पातशाह फरमाउंदे ने वो गिणती तो बिना बेअंत अथा अतोल, वाहिगुरु है मेरा जिसकी कोई तुलना सी नहीं। वो ऐसा बेअंत ऐसा दयालु ते कृपालु है, दया का समुंदर है। वाहिगुरु जैसे मुझ दास नूं बुलाउंदा है, पातशाह फरमाउंदे ने गुरु अर्जन देव महाराज जी, तैसे मैं बोलदा हाँ बुलाया बोली खसम का। वो बुलाउंदा ते मैं बोलदा हाँ कि मैं तां तुझ हाँ बोलण नूं भी समर्थ नहीं, क्योंकि ये सत है सतसंगी जनों। क्योंकि सदा सफुर्ती देवण वाला मेरा वाहिगुरु अपनी विच कोई बल नहीं आपां बोल सकीए, विचर सकीए, कोई विहार कर सकीए। ये उस वाहिगुरु दी बख्शिश महरामत है। सलोक जी जंत के ठाकुरा आपे वरतनहार, नानक एको पसरिया दूजा कह दृष्टार। पातशाह गुरदेव पंजवें गुरु नानक गुरु अर्जन देव महाराज जी पावनी उपदेश दिंदे ने, प्यारिओ सूखम ते असूल जीवां दा ठाकर मालिक प्रभु ही मेरे वाहिगुरु, आप तू सबना विच वरतन खार है, आप ही सबना दा मालिक है। कोई बड़ा है कोई छोटा है, तू सबना दा स्वामी मालिक आप है। जी जंत के ठाकरा, एक दा नहीं जीव जंतां दा सबना दा, सांझा साहिब बाप हमारा। वो ऐसा बाप सांझा साहिब है, सबना दा है। कोई भी उसनूं याद करे वो पैज रखदा है, कोई जानवर भी याद कर लवे उसकी भी प्रतिज्ञा रखता, वो सबना दी सुनता है। क्योंकि बड़ा मालिक समर्थ है मेरा वाहिगुरु। जी जंत के ठाकुर आपे वरतन खार, सबना विच वरतदा भी आप है। पातशाह तो इत्थों तक वचन कहते ने, सब है घट राम बोलै, रामा बोलै, राम बिना को बोलै। आप ही बोलदा, क्योंकि तेरी अवस्था बन जावे जानन वाले, तू रंग विच रतिया जावे जान लवेगा मेरा वाहिगुरु बोलदा। एक ही सबना विच व्यापक है, नानक एको पसरिया दूजा कह दृष्टा। दूजा कोई नहीं नदरी आउंदा, भाव
कि मेरे परवरदिगार सर्व रूप तू ही है। क्योंकि वो मालिक सर्व व्यापक है, घट घट विच रमिया है। सब गोविंद है, सब गोविंद है, गोविंद बिन नहीं कोई। आसट परी आप कथा आप सुन लहार। आप हैं एक आप विस्तार। हे मेरे परवरदिगार, आप ही तू कथन करदा है, आप ही तू सुनने वाला है, आप ही तू एक रूप है, आप ही तू अपने से विस्तार कर लेंदा है। एक है अनेक है, अनेक है फिर एक है। क्योंकि मेरे वाहे गुरु चोजी प्रीतम दे चोज नियारे ने पाई। एक तो अनेक है, अनेक तो एक है। वो ऐसा मालिक है, दस्तार भी आप करदा, कथन भी आप करदा, सुनदा भी आप। जात सुभावै तां श्रेष्ठ उपाय, अपने पाणै लए समाए। पातशाह फरमाउंदे ने, जब तिस परमेश्वर मेरे परवरदिगार नूं भाउंदा तब सृष्टि की रचना कर दिंदा है। जदों इच्छा हुंदी है निरंकार एक तो अनेक हो जावां, जगत की रचना कर दिंदा, अपने भाणे विच सबना नूं समा भी लैंदा। क्योंकि उसके हुक्म नाल आए हां, हुक्म नाल चले जाना। जदों रजा हुई समेट लैंदा। खेल संकोचा तो नानक एक है। खेल रचिया भी आप सी, फिर संकोच भी आप लैंदा। जिवें अटक है, खेल रचदा है, फिर संकोच लैंदा दुनियावी ना। क्योंकि वो दाता भी ऐसा मालिक है, खेल रचदा भी आप है, संकोच भी आप लैंदा। तुम ते भिन नहीं किश होए, आप नसूत सब जगत परोए। हे मेरे गुरु नानक, तेरे तो भिन कुछ नहीं, कुछ है नहीं ना होवेगा। अपनी सता रूपी सूत्र विच तैने सारे जगत नूं परोया होया। जाको प्रभ जियो आप बुझाए, सच नाम सोई जन पाए। हे मेरे परवरदिगार, जिसनूं आप समझाउंदा सोई जन तेरे सच नाम नूं पाउंदा है। सो समदरसी तत का बेता, नानक सगल सृष्ट का जेता। सो सम दृष्टि तत् सूप का जानन हारा हुंदा। तत्व ज्ञानी हो गया, वो जन सारी सृष्टि दे जितन हारा हो गया। नानक सगल सृष्ट का जेता। जिस महात्मा की नदर दृष्टि कैसी है, पातशाह फरमाउंदे ने, जी जंतर सब तां कै हाथ, दीन दयाल अनाथ को नाथ। जिस राखै तिस कोई ना मारै, सो मूआ जिस मनो विसारै। पातशाह फरमाउंदे ने, ये संपूर्ण जी जंत तिसी दे हथ विच ने। सो प्रभु दीना पर दयाल, अनाथां दा नाथ है मेरा वाहिगुरू, निआसरियां दा आसरा। जिसनूं वो रखदा है तिसनूं कोई मार नहीं सकदा। जिसदा साहिब डाढ़ा होए तिसनूं मार ना सकै कोई मारन वाला नहीं। जिसनूं वो मन तो वसारे, वो मृतक जानो, वो तो मृतक दी न्याई है। तिस तज अवध कहाँ को जाए, सब सर एक रिंजन राय।
ਜੀ ਕੀ ਜੁਗਤ ਜਾ ਕੈ ਸਭ ਹਾਥ। ਪਾਤਸ਼ਾਹ ਫਰਮਾਉਂਦੇ ਨੇ ਜੋ ਸਭ ਦੇ ਵਿੱਚ ਇੱਕ ਵਾਹਿਗੁਰੂ ਵਿਆਪਕ ਹੈ, ਤੇ ਇਸਨੂੰ ਤਿਆਗ ਕੇ ਕਿੱਥੇ ਕੋਈ ਜਾਵੇ, ਕਿਉਂਕਿ ਉਹ ਤਾਂ ਸਭਨਾਂ ਵਿੱਚ ਬੈਠਾ ਹੈ। ਭਾਵੇਂ ਕੋਈ ਪਾਪੀ ਭਾਵੇਂ ਕੋਈ ਪੁੰਨੀ ਹੈ, ਵਿਆਪਕ ਸਰਬ ਵਿਆਪਕ ਹੈ, ਸਭਨਾਂ ਵਿੱਚ ਬੈਠਾ ਹੈ। ਪਾਤਸ਼ਾਹ ਫਰਮਾਉਂਦੇ ਨੇ ਘਟ ਘਟ ਮਹਿ ਹਰਿ ਜੂ ਵਸੈ। ਘਟ ਘਟ ਵਿੱਚ ਵਸਦਾ ਹੈ, ਕਿਵੇਂ ਹੀ ਦੂਰ ਜਾਣਾ। ਗੁਣਾਂ ਦਾ ਅਪਾਰ ਵੱਡਾ ਮਾਲਕ, ਸਰਬ ਜੀਵਾਂ ਦੀ ਜੁਗਤੀ ਜਿਸ ਦੇ ਹੱਥ ਵਿੱਚ ਹੈ, ਉਹ ਐਸਾ ਮਾਲਕ। ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ। ਨਾਨਕ ਦਾਸ ਸਦਾ ਬਲਿਹਾਰ। ਭਾਈ ਤਿਸ ਨੂੰ ਅੰਤਰ ਬਾਰੇ ਆਪਣੇ ਸਾਥ ਹੀ ਜਾਣੋ। ਗੁਣਾਂ ਦਾ ਅਪਾਰ ਖਜ਼ਾਨਾ ਬੇਅੰਤ ਰੂਪ ਹੈ ਮੇਰਾ ਵਾਹਿਗੁਰੂ। ਤਿਸ ਦੇ ਬਲਿਹਾਰ ਕੁਰਬਾਨ ਜਾਂਦੇ ਹਾਂ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰ ਤਬ ਜਾਣੈ ਆਪ, ਅੰਤਰ ਜਾਮੀ ਰਹਿਓ ਵਿਆਪ। ਉਹ ਪੂਰਨ ਪੁਰਖ ਦਿਆਲੂ ਸਰਬ ਦੇ ਵਿੱਚ ਵਿਆਪਕ ਹੋ ਰਿਹਾ, ਸਭ ਉੱਪਰ ਕਿਰਪਾਲੂ ਹੁੰਦਾ। ਸੋ ਆਪਣੇ ਗੁਣਾਂ ਨੂੰ ਆਪ ਜਾਣਦਾ ਹੈ ਮੇਰਾ ਗੁਰੂ ਨਾਨਕ। ਸੋ ਅੰਤਰਜਾਮੀ ਸਰਬਨਾਂ ਵਿੱਚ ਵਿਆਪਿਆ ਹੋਇਆ। ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਬਹੁਤ ਪ੍ਰਕਾਰ ਸੇ ਜੀਵਾਂ ਨੂੰ ਪ੍ਰਤੀਪਾਲਣਾ ਕਰਦਾ। ਕੈਸਾ ਦਾਤਾ, ਇੱਕ ਦੀ ਪਾਲਣਾ ਨਹੀਂ, ਚਾਰ ਖਾਣੀਆਂ ਦੇ ਜੀਵ ਨੇ। ਅੰਡਜ ਜੇਦਜ ਉਤਪੁਜ ਸੇਤਜ, ਤੇਰੇ ਕੀਤੇ ਜਨਤਾ। ਸਭਨਾਂ ਦੀ ਪਾਲਣਾ ਮੇਰਾ ਵਾਹਿਗੁਰੂ ਸਵੈਮ ਕਰਦਾ ਹੈ। ਪਾਤਸ਼ਾਹ ਤਾਂ ਇਹ ਬਚਨ ਕਹਿੰਦੇ ਨੇ, ਪੱਥਰਾਂ ਵਿੱਚ ਵੀ ਦਿੰਦਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਤਰੇ। ਐਸਾ ਮਾਲ, ਕੈਸਾ ਦਾਤਾ। ਪਾਤਸ਼ਾਹ ਫਰਮਾਉਂਦੇ ਨੇ ਚਿੰਤਾ ਤੁਰ ਨਾ ਹੋ। ਅਚਿੰਤ ਨੂੰ ਯਾਦ ਕਰ, ਨਾ ਕਰ ਚਿੰਤ। ਚਿੰਤਾ ਹੈ ਕਰਤੇ ਤੇਰੀ ਚਿੰਤਾ, ਤਾਂ ਉਸ ਕਰਤੇ ਪੁਰਖ ਨੂੰ ਹੈ, ਜਿਸ ਨੇ ਤੈਨੂੰ ਸਾਜਿਆ ਰਚਿਆ। ਸੁੰਦਰ ਤਨ ਦਿੱਤਾ ਸੁਖ, ਭੋਗ ਰਸ ਸੰਬੰਧੀ ਦਿੱਤੇ। ਅਮੋਲਕ ਜਨਮ ਦੀ ਦਾਤ ਤੈਨੂੰ ਦਿੱਤੀ, ਉਸਨੂੰ ਚਿੰਤਾ। ਤੂੰ ਅਚਿੰਤ ਨੂੰ ਯਾਦ ਕਰ, ਉਸਦੀ ਯਾਦ ਵਿੱਚ ਜੋੜ। ਜੋ ਜੋ ਜੀਵ ਤਿਸ ਨੇ ਰਚਿਆ, ਸੋ ਸਭ ਤਿਸ ਨੂੰ ਧਿਆਉਂਦਾ ਹੈ। ਜਿਸ ਨੂੰ ਭਾਵੇ ਤਿਸ ਨੂੰ ਆਪਣੇ ਵਿੱਚ ਮਿਲਾ ਲੈਂਦਾ, ਉਸਦੀ ਰਜਾ ਹੈ। ਜਿਸ ਤੇ ਪ੍ਰਸੰਨ ਹੋ ਜਾਵੇ, ਫਿਰ ਵਿਛੜਿਆਂ ਨੂੰ ਬੁਲਾਉਂਦਾ ਹੈ ਮੇਰਾ ਗੁਰੂ ਨਾਨਕ। ਜੋ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਭਗਤੀ ਕਰਦਾ, ਸੋਈ ਮਿਲਦਾ। ਇਹ ਵਿਧਾਨ ਮਰਿਆਦਾ ਹੈ। ਗੁਣ ਗਾਵੇਂਗਾ, ਨਾਮ ਜਪੇਂਗਾ, ਫਿਰ ਤੇਰਾ ਮੇਲ ਹੋਵੇਗਾ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਏਕੈ ਨਾਇ, ਤਿਸ ਕੀ ਆਸ ਨਾ ਬਿਰਥੀ ਜਾਏ। ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਨਿਸ਼ਚਾ ਕਰਕੇ ਤਿਸ ਨੂੰ ਮੰਨਨ ਕੀਤਾ, ਤੇ ਸਰਬ ਜਗਤ ਦੇ ਕਰਨਹਾਰ ਇੱਕ ਵਾਹਿਗੁਰੂ ਤਿਨਾਂ ਨੇ ਜਾਣ ਲਿਆ। ਜੋ ਜਨ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਲੱਗਿਆ, ਪ੍ਰੀਤਵਾਨ ਹੋਇਆ, ਟੇਕ ਨਾਮ ਦੀ ਲੈ ਲਈ, ਤਿਸ ਦੀ ਆਸਾ ਵਿਅਰਥ ਨਹੀਂ ਜਾਂਦੀ ਪਾਈ। ਕਿਉਂਕਿ ਉਹ ਮਾਲਕ ਕੈਸਾ, ਉਸਦਾ ਬਿਰਦ ਹੈ।
ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਬਿਰਧ ਹੈ ਮੇਰੇ ਪਰਵਰਦਗਾਰ ਸਤਿਗੁਰੂ ਗਰੀਬ ਨਿਵਾਜ ਜੀ ਦਾ। ਜੋ ਵੀ ਆਇਆ ਕੰਠ ਨਾਲ ਲਾਉਂਦਾ, ਆਪ ਬਖਸ਼ੀਸ਼ਾਂ ਕਰਦਾ। ਇਹ ਸੋਢੀ ਸੁਲਤਾਨ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਅਵਤਾਰ ਦਿਹਾੜਾ। ਵੱਡੀਆਂ ਬਖਸ਼ੀਸ਼ਾਂ ਕੀਤੀਆਂ ਗੁਰਦੇਵ ਨੇ ਇਸ ਮਾਤ ਲੋਕ ਤੇ ਆ ਕੇ। ਜੋ ਵੀ ਸ਼ਰਨ ਵਿੱਚ ਆਇਆ ਤਾਰਿਆ। ਭਾਈ ਆਦਮ ਜਿਸ ਦੇ ਘਰ ਬੱਚਾ ਨਹੀਂ ਸੀ, ਹੋਰ ਸਾਰੇ ਸੁੱਖ ਨੇ, ਕੋਈ ਧਨ ਪਦਾਰਥਾਂ ਦੀ ਕਮੀ ਨਹੀਂ। ਗੁਰੂ ਦਾ ਸਿੱਖ ਇਹਨਾਂ ਨੂੰ ਸੇਵਕ ਮਿਲਿਆ, ਸੇਵਾ ਕੀਤੀ, ਟਹਿਲ ਕੀਤੀ, ਫਿਰ ਬੇਨਤੀ ਕੀਤੀ। ਫਿਰ ਇਹ ਬਚਨ ਕਿਹਾ ਕਿ ਸਤਿਗੁਰੂ ਸੋਢੀ ਸੁਲਤਾਨ ਗਰੀਬ ਨਿਵਾਜ ਸ੍ਰੀ ਹਰਿਮੰਦਰ ਸਾਹਿਬ ਬਿਰਾਜਮਾਨ ਨੇ, ਉਹਨਾਂ ਦੇ ਚਰਨਾਂ ਵਿੱਚ ਜਾਵੋ। ਉਹ ਘਰ ਐਸਾ ਜਿੱਥੋਂ ਕੋਈ ਖਾਲੀ ਮੁੜਦਾ ਸੀ। ਤੁਹਾਡੀ ਝੋਲੀ ਵਿੱਚ ਵੀ ਖੈਰ ਪਵੇ। 80-82 ਸਾਲ ਦੀ ਆ ਗਈ ਦੋਨਾਂ ਦੀ, ਚਲੇ ਗਏ। ਸੇਵਾ ਟਹਿਲ ਕੀਤੀ, ਗੁਰੂ ਨਾਨਕ ਦੇ ਘਰ ਦੀ ਅਜਾਈ ਨਹੀਂ ਜਾਂਦੀ। ਸਤਿਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਆਏ, ਸੰਗਤਾਂ ਦੇ ਨਾਲ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ। ਬਾਰਿਸ਼ ਵੀ ਥੋੜ੍ਹੀ ਪੈ ਰਹੀ ਸੀ, ਠੰਡ ਦੀ ਰੁੱਤ ਸੀਗੀ। ਪਾਤਸ਼ਾਹ ਕਹਿਣ ਲੱਗੇ, ਕੋਈ ਐਸਾ ਸਿੱਖ ਹੈ ਜੋ ਅੰਗੀਠੇ ਵਾਲ ਕੇ ਸਭ ਸੰਗਤਾਂ ਨੂੰ ਅਗਨੀ ਸਕਾਵੇ, ਸੀਤ ਲਹਿਰ। ਜੋ ਵੀ ਗੁਰੂ ਨਾਨਕ ਦੇ ਘਰੋਂ ਮੰਗੇਗਾ ਉਸ ਨੂੰ ਮਿਲੇਗਾ। ਇਹ ਬਚਨ ਕੀਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ। ਭਾਈ ਆਦਮ ਜੋ ਬੜੀ ਸੇਵਾ ਟਹਿਲ ਲੰਗਰ ਵਿੱਚ ਲੱਕੜਾਂ ਦੀ ਕਰਨੀ, ਯਾਦ ਕਿ ਬੜੀਆਂ ਸੇਵਾਵਾਂ, ਲੱਕੜਾਂ ਦੇ ਨਾਲ ਅੰਗੀਠੀਆਂ ਵਾਲ ਦਿੱਤੀਆਂ, ਸਭ ਸੰਗਤਾਂ ਨੇ ਅਗਨੀ ਸੇਕੀ। ਪਾਤਸ਼ਾਹ ਦੇਖ ਰਹੇ ਸਨ ਇਸ ਕੌਤਕ ਨੂੰ ਕਿ ਬੜੀ ਸੇਵਾ ਕਰ ਰਿਹਾ। ਫਿਰ ਪਾਤਸ਼ਾਹ ਨੇ ਦੂਜਾ ਦਿਨ ਹੋਇਆ, ਸੇਵਾਦਾਰਾਂ ਨੂੰ ਆਖਿਆ, ਜੇ ਕੱਲ੍ਹ ਸਿੱਖ ਨੇ ਸੇਵਾ ਕੀਤੀ ਉਸਨੂੰ ਸਾਡੇ ਕੋਲ ਲੈ ਕੇ ਆਓ। ਭਾਈ ਆਦਮ ਆਇਆ, ਸੰਗਤਾਂ ਬੈਠੀਆਂ ਨੇ। ਸੋਢੀ ਸੁਲਤਾਨ ਗੁਰਦੇਵ ਮੇਹਰਾਂ ਦੇ ਘਰ ਵਿੱਚ ਆਏ, ਕਹਿਣ ਲੱਗੇ, ਪਾਤਸ਼ਾਹ ਭਾਈ ਜੋ ਤੇਰੀ ਇੱਛਾ ਹੈ ਮੰਗ। ਇਹ ਗੁਰੂ ਨਾਨਕ ਦਾ ਘਰ, ਇਹ ਬਖਸ਼ੀਸ਼ਾਂ ਦਾ ਦਰ ਹੈ। ਮਨ ਵਿੱਚ ਸੋਚਦਾ ਵਿਚਾਰਦਾ ਸੰਗਤ ਬੈਠੀ, ਪਰ ਜੋ ਮੰਗ ਸੀ ਉਹ ਨਾ ਮੰਗ ਸਕਿਆ। ਕੀ ਕਹਿਣ ਲੱਗਿਆ ਸਤਿਗੁਰੂ ਗੁਰਸਿੱਖੀ ਜੀ ਨੂੰ? ਪਾਤਸ਼ਾਹ ਕਹਿਣ ਲੱਗੇ, ਤੇਰੀ ਮੰਗ ਹੋਰ ਹੈ, ਇਹ ਵੀ ਤੇਰੇ ਤੇ ਬਖਸ਼ਿਸ਼ ਹੋ। ਉਹ ਮੰਗ ਫਿਰ ਇਹੀ ਬਚਨ। ਇਹ ਤੀਜਾ ਬਚਨ ਹੋਇਆ। ਫਿਰ ਸਤਿਗੁਰੂ ਕਹਿਣ ਲੱਗੇ, ਚੰਗਾ ਫਿਰ ਕੱਲ੍ਹ ਆ। ਦੂਜਾ ਦਿਨ ਹੋਇਆ। ਫਿਰ ਉਸ ਦੀ ਇਸਤਰੀ ਨੂੰ ਪਤਾ ਲੱਗਿਆ ਕਿ ਪਾਤਸ਼ਾਹ ਮੇਹਰਾਂ ਦੇ ਘਰ ਵਿੱਚ ਆਏ ਨੇ, ਨਾਲ ਆਈ। ਫਿਰ ਬੇਨਤੀ ਕਰ ਦਿੱਤੀ। ਜਦੋਂ ਪੁੱਛਿਆ ਗੁਰਦੇਵ ਨੇ, ਸਤਿਗੁਰੂ ਮਿਹਰ ਕਰੋ, ਝੋਲੀ ਵਿੱਚ ਬੱਚੇ ਦੀ ਦਾਤ ਪਾ ਦਿਓ, ਇਹ ਕਿਰਪਾ ਕਰੋ। ਪਾਤਸ਼ਾਹ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਮੁੰਦ ਲਏ। ਕਾਫੀ ਸਮਾਂ ਨੇਤਰ ਨਹੀਂ ਖੋਲ੍ਹੇ। ਜਿਸ ਸਮੇਂ ਨੇਤਰ ਖੋਲ੍ਹੇ, ਪਾਤਸ਼ਾਹ ਕਹਿਣ ਲੱਗੇ, ਭਾਈ ਤੁਹਾਡੇ ਕਰਮਾਂ ਵਿੱਚ ਤਾਂ ਹੈ ਨਹੀਂ, ਪਰ ਸਾਡੇ ਘਰ 4 ਪੁੱਤਰ ਹੋਣੇ ਨੇ, ਇੱਕ ਆਪਣਾ ਦਿੰਦੇ। ਜੋ ਭਾਈ ਭਗਤਾ ਜੀ ਹੋਏ ਨੇ, ਤੇ ਨਾਮ ਵੀ ਸਤਿਗੁਰਾਂ ਨੇ ਰੱਖੇ, ਔਰ ਵੱਡੀਆਂ ਬਖਸ਼ੀਸ਼ਾਂ ਕੀਤੀਆਂ। ਕਿਉਂਕਿ ਗੁਰੂ ਨਾਨਕ ਦਾ ਘਰ ਕੈਸਾ ਬਖਸ਼ੀਸ਼ਾਂ ਦਾ ਦਰ ਹੈ। ਜੋ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਬਚਨ ਕਹਿੰਦੇ ਨੇ, ਕਰਨ ਖਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੈ ਮਾਨਾਏ, ਤਿਸ ਕੀ ਆਸ ਨਾ ਵਿਰਥੀ ਜਾਏ, ਮਨ ਅੰਤਰ ਵਿਸ਼ਵਾਸ ਕਰ ਮਾਨੇ, ਕਰਨ ਖਾਰ ਨਾਨਕ ਇੱਕ ਜਾਣਿਆ। ਪਰ ਗੁਰੂ ਨਾਨਕ ਦੇ ਘਰ ਕੋਈ ਵੀ ਆ ਗਿਆ, ਜਿਨ੍ਹਾਂ ਦਾ ਵਿਸ਼ਵਾਸ, ਸ਼ਰਧਾ, ਨਿਹਚਾ
ਉਹ ਗੁਰੂ ਨਾਨਕ ਦੇ ਘਰੋਂ ਭਾਈ ਖਾਲੀ ਨਹੀਂ ਜਾਂਦਾ। ਕੋਈ ਵੀ ਆਇਆ, ਪੁੰਨੀ ਆਇਆ, ਪਾਪੀ ਆਇਆ, ਧੰਨ ਧੰਨ ਬਾਬਾ ਨਾਮ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ। ਢਹਿਣ ਵਿੱਚ ਦੇਰੀ ਹੈ, ਬਖਸ਼ਣ ਵਿੱਚ ਦੇਰੀ। ਸਤਿਗੁਰੂ ਬੜੇ ਦਇਆਲੂ ਨੇ, ਬੜੇ ਕਿਰਪਾਲੂ ਨੇ, ਤਤਕਾਲ ਬਖਸ਼ ਦਿੰਦੇ ਨੇ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਜਿਸ ਸੇਵਕ ਨੂੰ ਤਿਸ ਦੀ ਸੇਵਾ ਬਣ ਆਈ, ਤਿਸ ਤੇ ਹੋ ਆਈ ਸੇਵਾ। ਵੇ ਭਾਈ ਆਦਮ ਨੇ ਕੀਤੀ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰੋਂ ਲਈਆਂ ਨੇ। ਪਰਮ ਪਦ ਦੇ ਦੇਣਹਾਰੀ ਸਮਝ ਗੁਰੂ ਤੋਂ ਪਾ ਲਈ। ਜਿਸ ਦੇ ਮਨ ਵਿੱਚ ਆਪ ਮੇਰਾ ਵਾਹਿਗੁਰੂ ਨਿਰੰਕਾਰ ਵਸਿਆ, ਤੇ ਮਨ ਇਸਦੇ ਉੱਪਰ ਕੋਈ ਵਿਚਾਰ ਵੱਡਾ ਨਹੀਂ, ਕਿਉਂਕਿ ਆਪ ਤਲੋਕੀ ਦਾ ਮਾਲਕ ਇਸਦੇ ਘਰ ਵਿੱਚ ਆ ਵਸਿਆ। ਬੰਧਨ ਤੋਰ ਭਏ ਨਿਰਵੈਰ, ਆਨੰਦਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸੋ ਬੰਧਾਂ ਨੂੰ ਤੋੜ ਕੇ ਸਭ ਸੇ ਨਿਰਵੈਰ ਹੋ ਗਏ, ਕਿਸੇ ਨਾਲ ਵੈਰ ਨਹੀਂ। ਦਿਨ ਰਾਤ ਸਤਿਗੁਰੂ ਦੇ ਚਰਨ ਕਮਲ ਪੂਜਦੇ ਨੇ। ਇਸ ਲੋਕ ਵਿੱਚ ਉਹ ਸੁਖੀ ਹੋ ਗਏ, ਪਰ ਲੋਕ ਵਿੱਚ ਵੀ ਸੁਖੀ ਹੋਵਣਗੇ। ਪਾਤਸ਼ਾਹ ਫਰਮਾਉਂਦੇ ਨੇ, ਉਹ ਜਨ ਹਰੀ ਪ੍ਰਭੂ ਨੇ ਆਪ ਹੀ ਮੇਲੇ ਨੇ। ਨਾਨਕ ਹਰਿ ਪ੍ਰਭ ਆਪੇ ਮੇਲੇ, ਆਪ ਮਲਾਏ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਇਸ ਲੋਕ ਵਿੱਚ ਵੀ ਸੁਖੀ, ਪਰਲੋਕ ਵਿੱਚ ਵੀ ਸੁਖੀ ਹੋਵਣਗੇ। ਆਪ ਉਹ ਜਨ ਪ੍ਰਭੂ ਨੇ ਆਪ ਮਲਾਏ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਾਸੀ, ਕਿਉਂਕਿ ਵਿਛੜਿਆਂ ਨੂੰ ਮਿਲਾਵਣ ਵਾਲੇ ਨੇ। ਮੇਰਾ ਮਾਲਕ ਸਮਰੱਥ ਹੈ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਇਹ ਭਾਈ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਆਨੰਦ ਕਰੋ, ਕਿਉਂਕਿ ਸੰਤ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਰਿਝਾਇਆ ਆਪਣੇ ਪ੍ਰੀਤਮ ਗੁਰਦੇਵ ਸਤਿਗੁਰੂ ਨੂੰ ਪ੍ਰਸੰਨ ਕੀਤਾ। ਪ੍ਰਭੂ ਪਰਮ ਆਨੰਦ ਰੂਪ ਦੇ ਗੁਣਾਂ ਨੂੰ ਗਾਵੋ, ਸੰਗ ਕਰੋ ਸਾਧੂ ਦਾ। ਰਾਮ ਨਾਮ ਨੂੰ ਜਪ ਕੇ ਤਤ ਮਿਥਿਆ ਦਾ ਭਾਈ ਵਿਚਾਰ ਕਰੋ, ਵਿਚਾਰੀ ਹੋਵੋ। ਤੇ ਇਸ ਦੁਰਲਭ ਦੇਹ ਦਾ ਤੁਸੀਂ ਉਧਾਰ ਕਰ ਲਵੋ, ਕਿਉਂਕਿ ਇਹ ਅਮੋਲਕ ਜਨਮ ਇੱਕ ਵਾਰ ਮਿਲਿਆ ਹੈ, ਦੁਬਾਰਾ ਨਹੀਂ ਮਿਲਣਾ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੈ ਬਾਰ। ਇਹ ਦੁਰਲਭ ਜਨਮ ਹੈ ਮਨੁੱਖਾ, ਇਹ ਦੁਬਾਰਾ ਤਾਂ ਉਸਦੀ ਰਜਾ ਹੈ ਕਿ ਦੁਬਾਰਾ ਵਾਰੀ ਦੇ ਦੇਵੇ। ਪਰ ਕੋਈ ਆਪਾਂ ਦਾਵਾ ਨਹੀਂ ਬਣ ਸਕਦਾ, ਕਿਉਂਕਿ ਉਸ ਦਾਤੀ ਪ੍ਰਭੂ ਨੇ ਆਪਾਂ ਨੂੰ ਸਾਜਿਆ ਰਚਿਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵਾ। ਇਸ ਦੇਹੀ ਨੂੰ ਦੇਵ ਦੇਵੀ ਚਾਹੁੰਦੇ ਨੇ ਸਾਨੂੰ ਮਿਲੇ। ਫਿਰ ਆਪਾਂ ਕਿਉਂ ਨਾ ਨਾਮ ਜਪੀਏ, ਕਿਉਂ ਨਾ ਨਿਤ ਦੇ ਨੇਮੀ ਬਣੀਏ। ਸਤਿਗੁਰਾਂ ਦੇ ਤਾਂ ਪਾਵਨ ਬਚਨ ਨੇ, ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ। ਗੁਰ ਸਤਿਗੁਰ ਕਾ ਜੋ ਸਿੱਖੇ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਗੁਰੂ ਦਾ ਸਿੱਖ ਕਹਿਲਾਉਂਦਾ ਭਾਈ, ਅੰਮ੍ਰਿਤ ਵੇਲੇ ਉੱਠ ਕੇ ਮੇਰੇ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰ। ਨਾਮ ਜਪ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ। ਨਿਤਨੇਮ ਕੋਟ ਬਾਣੀਆਂ ਦਾ ਜਾਪ, ਮੂਲ ਮੰਤਰ ਗੁਰ ਮੰਤਰ, ਉਹ ਸੱਚੇ ਦੀ ਯਾਦ ਵਿੱਚ ਜੋੜ।
क्योंकि वो मालिक ने तेरे ते बड़े भारी उपकार किए। उस मालिक नूं जपना कर, फिर बख्शीशां मिलणगीਆਂ गुरु नानक दे घरों। जो कहता मेरे कालज इंज दी इंज हुंदे ने। पातशाह वचन कहते ने प्यारे हो, फिर वो कालज सब रास आ जाते हैं। ते तू उस परमेश्वर की याद विच जुड़ेगा, क्योंकि करण खाद तो वो मालिक है। फिर वो आप अपने जना की पैज प्रतिज्ञा रखता है। पातशाह पावन उपदेश दिंदे ने भाई, साध संग मिल करो आनंद, गुण गावो प्रभ परमानंद, राम नाम तत् करो विचार, दुर्लभ देह का करो उधार, इस देही का उधार करो। क्योंकि इस देही नूं तारना अमोलक देही, एक वारी दिती है उस दाते ने, उस परिपूर्ण परमात्मा दे मिलन दी वारी। पातशाह फरमाउंदे ने भाई, प्राप्त मानुख देहुरिया, गोबिंद मिलन की यह तेरी वरिया वारी है मिलन दी। इस देही नूं सफल कर, प्राणी तू आया लाहा लैन। हे प्राणी, तू लाखा खट्टण आया, केवल पदार्थां तक सुखां भोगां रसां तक सीमित ना रह, इस जन्म का लाखा खट। अमृत बचन खर के गुण गाओ, प्राण तरन का यह सुआओ, आठ पहर प्रभ पेखो नेरा, मिटै अज्ञान बिन सै अंधेरा। परमेश्वर के गुणा रूप अमृत वचनां का गावना करो। अमृत नाम निधान है, मिल पीवो भाई मिल के पीवो। होए अकतर मिलो मेरे भाई, दुविधा दूर करो लिवलाए, हर नाम मैं कह होवो जोड़ी, गुरमुख वैसो सफा बचाए। एकत्र हो के परमेश्वर दे गुण गावो, मिल के गावो। प्राणा दे धारन खारे जीव का यही प्रयोजन है। जो गुण गाने ने, नाम जपना नाम सुनना, आयो सुनन पढ़न को बाणी। नाम बसार लगे अन लालच, बिरथा जन्म राणी। ये जन्म व्यर्थ चलानी, क्योंकि मनुख जपदा नहीं। सुते कहता बड़े विहार धंधे ने, पर ये जन्म अमोलक है, ये वारी मिली है, फिर पता नहीं किहड़े जन्मां विच जाना है। इस जन्म का लाखा पातशाह पावन उपदेश दिंदे ने, प्राण तरन का यह सुआओ, जे तू तरना चाहता प्रयोजन यही जो अमृत वचनां दा गावना। भाव परमेश्वर दे गुण गाने, नाम नूं जपना नाम नूं सुनना। इस संसार तो तरने का यतन कर, अठे पहर प्रभु नूं समीप नेड़े देख के, मेरा मालिक हाजरा हजूर। तब तेरा अज्ञान मिट जाएगा, भरम रूप अंधेरा नाश हो जाए। अज्ञान दी वन देखे दो शक्तियां ने, सो सब दूर हो जावणगियां। अज्ञान ज्ञान का प्रकाश हो जाए। सोने उपदेश हृदय वसावो, मन इच्छे नानक फल पावो। पातशाह पावन उपदेश दिंदे ने, खालत पालत दोए लियो सवार, राम नाम अंतर उरतार। सुन उपदेश हृदय वसावो, मन इच्छे नानक फल पावो। जब तू गुरु का उपदेश सुनेगा, अपने हिरदे विच सुन के गुरु के बचन, गुरु के उपदेश नूं वसा लवेगा कि मेरे गुरु का बचन है, ये मेरे सतगुरु की अमृतमयी बाणी है।
ਤਿੰਨ ਕਾਲ ਸਤ ਹੈ ਸਤ ਨਹੀਂ। ਤਬ ਤੁਸੀਂ ਮਨ ਛੁੱਟ ਪਲ ਪਾ ਲਵੋ। ਇਹ ਭਾਈ ਰਾਮ ਨਾਮ ਨੂੰ ਇਹਦੇ ਅੰਦਰ ਧਾਰ, ਇਹ ਲੋਕ ਪਰਲੋਕ ਆਪਣਾ ਸਵਾਰ ਲੈ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ। ਮਨ ਤਨ ਨਾਮ ਜਪੋ ਲਿਵ ਲਾਇ, ਦੁਖ ਦਰਦ ਮਨ ਤੇ ਪਹੁ ਜਾਏ। ਪੂਰੇ ਸਤਿਗੁਰੂ ਦੀ ਜੋ ਪੂਰੀ ਸਿੱਖਿਆ ਸੋ ਜਿਸ ਦੇ ਮਨ ਵਿੱਚ ਵਸਦੀ, ਤਿਸਨੇ ਸੱਚ ਸਰੂਪ ਨੂੰ ਜਾਣਿਆ। ਜਦ ਤੁਸੀਂ ਮਨ ਤਨ ਸੇ ਬਿਰਤੀ ਲਾ ਕੇ ਨਾਮ ਜਪੋਗੇ, ਤਬ ਤੁਹਾਡੇ ਮਨ ਵਿੱਚ ਜਨਮ ਤੇ ਮਨ ਦਾ ਈਰਖਾ ਜਨ ਕੱਟ ਸਮੇਂ ਦਾ ਸਭ ਚਲਾ ਜਾਵੇ। ਕਿਉਂਕਿ ਜਪਣਾ ਹੈ, ਇਹ ਯੁੱਗ ਕਲ ਯੁੱਗ ਦਾ ਹੈ। ਕਲ ਕੇਵਲ ਨਾਮ ਉਹਦਾ, ਨਾਮ ਦੀ ਜਪਿਆ ਭਾਈ ਆਪਣਾ ਉਧਾਰ ਹੋਣਾ। ਸੱਚ ਵਾਪਾਰ ਕਰੋ ਵਾਪਾਰੀ, ਦਰ ਗਹਿ ਨਿਭੈ ਖੇਪ ਤੁਮਾਰੀ। ਏਕਾ ਟੇਕ ਰਖੋ ਮਨ ਮਾਹ, ਨਾਨਕ ਬਹੁਰ ਨ ਆਵੇ ਜਾਹ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਕਿ ਭਾਈ ਬੜੇ ਵਪਾਰ ਕਰਦਾ ਹੈ, ਵੱਡੇ ਵੱਡੇ, ਵੱਡਾ ਸੁਦਾਗਰ ਵੀ ਤੂੰ ਹੈ, ਵਣਜਾਰਾ ਵੱਡਾ। ਪਰ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਆ, ਸੱਚ ਦਾ ਵਪਾਰ ਕਰੇਗਾ ਤਬ ਨਾਮ ਦੀ ਤੇਰੀ ਖੇਪ ਦਰਗਾਹ ਵਿੱਚ ਨਿਭ ਜਾਵੇਗੀ। ਜਦੋਂ ਸੱਚ ਦਾ ਵਣਜਾਰਾ ਬਣ ਗਿਆ, ਤੂੰ ਵਪਾਰ ਸੱਚ ਦਾ ਕੀਤਾ। ਇਹ ਪਦਾਰਥ ਝੂਠੇ ਨੇ, ਦਿਨ ਰਾਤ ਵੱਡੇ ਵੱਡੇ ਅਡੰਬਰ ਰਚਦਾ, ਵੱਡਾ ਸੁਦਾਗਰ, ਬਸ ਸੱਚ ਦਾ ਵਪਾਰ ਕਰ। ਰੱਬ ਦੇ ਜਨਾਂ ਨੇ ਸੱਚ ਦਾ ਵਪਾਰ ਕੀਤਾ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਣ ਜਿਆ ਨਾਮ ਗੋਬਿੰਦ ਕੈਸੀ ਖੇਪ ਹਮਾਰੀ। ਰੱਬ ਦੇ ਜਨਾਂ ਨੇ ਵਣਜ ਕਾਹਦਾ ਕੀਤਾ? ਨਾਮ ਨੂੰ ਜਪਣਾ, ਜਪਣ ਦਾ ਉਪਦੇਸ਼ ਦੇਣਾ। ਇਹ ਬਾਬਾ ਜੀ ਨੇ ਜਪਿਆ ਨਾਮ ਨੂੰ, ਸਵਾਸ ਗਲਾਸ ਉਪਦੇਸ਼ ਨਾਮ ਦਾ ਦਿੱਤਾ। ਨਾਨਕ ਸਰ ਭਗਤੀ ਦਾ ਘਰ, ਇਹ ਗੁਰੂ ਨਾਨਕ ਦਾ ਘਰ, ਭਗਤੀ ਦਾ ਘਰ, ਜਿੱਥੋਂ ਨਾਮ ਦੀਆਂ ਬਖਸ਼ੀਸ਼ਾਂ ਮਿਲਦੀਆਂ ਨੇ। ਪਾਤਸ਼ਾਹ ਉਪਦੇਸ਼ ਦਿੰਦੇ ਨੇ ਪਿਆਰਿਓ, ਦਰਗਾਹ ਵਿੱਚ ਨਿਭ ਜਾਵੇਗੀ ਖੇਪ ਤੁਹਾਡੀ, ਜੇ ਨਾਮ ਜਪੋਗੇ, ਵਪਾਰ ਸੱਚ ਦਾ ਕਰੋਗੇ। ਜਬ ਤਿਸ ਦੀ ਇੱਕ ਹੀ ਟੇਕ ਮਨ ਵਿੱਚ ਰੱਖੋਗੇ, ਤਬ ਤੁਸੀਂ ਆਓਗੇ ਜਾਓਗੇ ਨਹੀਂ। ਏਕਾ ਟੇਕ ਰੱਖੋ ਮਨ ਮਾਹੀ, ਟੇਕ ਇੱਕ ਦੀ ਹੋਵੇ, ਕਿਉਂਕਿ ਖਸਮ ਮਾਲਕ ਇੱਕ ਹੋਵੇ, ਦੋ ਨਹੀਂ। ਨਾਨਕ ਬਹੁ ਨਾ ਆਵਹਿ ਜਾ, ਤੇ ਜਨਮ ਮ੍ਰਿਤੂ ਸੇ ਰਹਿਤ ਹੋ ਜਾਓ। ਕਿਉਂਕਿ ਜੋ ਗੁਰੂ ਨਾਨਕ ਦੇ ਲੜ ਲੱਗ ਗਏ, ਜੰਮਣ ਮਰਨ ਨਾ ਤੈਨ ਕੋ ਜੋ ਫਲ ਲੜ ਲੱਗ, ਨਿਵਿਰਤ ਹੋ ਗਿਆ ਉਹਨਾਂ ਦਾ ਜੰਮਣਾ ਤੇ ਮਰਨਾ। ਜੋ ਲੜ ਲੱਗੇ ਮੇਰੇ ਵਾਹੇ ਗੁਰੂ ਗੁਰੂ ਨਾਨਕ, ਕਿਉਂਕਿ ਗੁਰੂ ਨਾਨਕ ਦਾ ਘਰ ਬਖਸ਼ੀਸ਼ਾਂ ਦਾ ਦਰ ਹੈ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਤੇ ਆਏ। ਨਿਰਭਉ ਜਪੈ ਸਗਲ ਭਉ ਮਿਟੈ, ਰੱਬ ਕਿਰਪਾ ਤੇ ਪ੍ਰਾਣੀ ਛੁਟੈ। ਬਾਦਸ਼ਾਹ ਫਰਮਾਉਂਦੇ ਨੇ, ਤਿਸ ਕਾਲ ਸੇ ਦੂਰ ਕਿਸ ਜਗ੍ਹਾ ਕੋਈ ਜਾਵੇਗਾ, ਉਸ ਕਾਲ ਤੋਂ ਬਚਿਆ ਨਹੀਂ ਜਾਂਦਾ। ਤਿਸ ਰੱਖਣ ਹਾਲ ਨੂੰ ਧਿਆ ਕੇ ਜੀਵ ਕਾਲ ਤੋਂ ਬਚ ਜਾਂਦਾ, ਕਾਲ ਨੇੜੇ ਨਹੀਂ ਆਉਂਦਾ। ਕਿਉਂਕਿ ਜਦੋਂ ਜਪਿਆ ਉਸ ਪਰਵਤਗਾਰ ਨੂੰ, ਜੋ ਆਪ ਜਗਤ ਦਾ ਮਾਲਕ ਹੈ, ਜਿਸ ਨਿਰਭਉ ਦੇ ਜਪੇ ਤੋਂ ਸੰਪੂਰਨ ਭੈ ਮਿਟ ਜਾਂਦੇ ਨੇ ਭਾਈ। ਜਦੋਂ ਜਪੋਗੇ
ਇਸ ਪ੍ਰਭੂ ਦੀ ਕਿਰਪਾ ਤੇ ਜੀਵ ਜੰਮ ਦੇ ਬੰਧਨਾਂ ਤੋਂ ਛੁੱਟ ਜਾਂਦਾ। ਜੇ ਨਾਮ ਨੂੰ ਜਪੇ ਬੰਧਨ ਟੁੱਟ ਜਾਂਦੇ ਨੇ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ। ਕਿਉਂਕਿ ਸੰਗ ਸਤਪੁਰਸ਼ ਦਾ ਹੋਇਆ, ਬਖਸ਼ੀਸ਼ਾਂ ਹੋਈਆਂ, ਬੰਧਨ ਟੁੱਟ ਗਏ। ਜਪਦਾ ਹੈ ਨਾਮ ਜੋ ਰਾਤੈ ਰੰਗ ਏਕ ਕੈ ਨਾਨਕ ਗੂੜਾ ਰੰਗ। ਇੱਕ ਦੇ ਰੰਗ ਵਿੱਚ ਰਤਿਆ ਟੇਕ ਇੱਕ ਦੀ। ਫਿਰ ਬਖਸ਼ੀਸ਼ਾਂ ਹੋ ਗਈਆਂ, ਗੂੜਾ ਰੰਗ ਚੜਿਆ ਨਾਮ ਦਾ। ਜੈਸ ਪ੍ਰਭ ਰਾਖੈ ਤਿਸ ਨਾਹੀ ਦੁਖ। ਜਿਸ ਨੂੰ ਕੋਈ ਦੁੱਖ ਨਹੀਂ ਲੱਗਦਾ, ਜਿਸ ਨੂੰ ਰੱਖਦਾ ਆਪ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤ ਤੇ। ਜਿਸ ਪ੍ਰਭ ਰਾਖੈ ਤਿਸ ਨਾਹੀ ਦੂਰ। ਨਾਮ ਜਪਤ ਮਨ ਹੋਵਤ ਸੂਰ। ਤੇ ਕਹਿੰਦਾ ਬੜੀ ਚਿੰਤਾ ਵੱਡੇ ਦੁੱਖ ਨੇ, ਨਾਮ ਜਪ। ਪਰਮੇਸ਼ਰ ਦੀ ਯਾਦ ਵਿੱਚ ਜੁੜ। ਜਿਸ ਨੇ ਦੁੱਖ ਦਿੱਤੇ ਨੇ ਉਹ ਸੁੱਖ ਵੀ ਦੇਵੇਗਾ। ਨਾਮ ਜਪਤ ਮਨ ਹੋਵਤ ਸੂਖ। ਪਾਤਸ਼ਾਹੀ ਬਚਨ ਕਹਿ ਰਹੇ ਨੇ ਪਿਆਰਿਆ, ਨਾਮ ਜਪੇਗਾ ਉਹੀ ਮਨ ਸੁੱਖਾਂ ਵਿੱਚ ਆ ਜਾਵੇ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਜਿਸ ਨੂੰ ਮੇਰਾ ਗੁਰੂ ਨਾਨਕ ਰੱਖੇ, ਇਸ ਨੂੰ ਦੁੱਖ ਨਹੀਂ। ਤੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ, ਕਿਉਂਕਿ ਰਾਖਾ ਮਾਲਿਕ ਆਪ ਹੈ। ਚਿੰਤਾ ਜਾਏ ਮਿਟੈ ਅਹੰਕਾਰ। ਤਿਸ ਜਨ ਕੋ ਕੋਇ ਨਾ ਪਹੁੰਚ ਨਾ। ਜਿਸ ਦੀ ਚਿੰਤਾ ਦੂਰ ਹੋ ਕੇ ਅਹੰਕਾਰ ਮਿਟ ਜਾਵੇ, ਤਿਸ ਜਨ ਦੇ ਤਾਈਂ ਕੋਈ ਪਹੁੰਚਣ ਖਾਰ ਨਹੀਂ ਹੋ ਸਕਦਾ। ਇਸਦੇ ਸਮਾਨ ਔਰ ਕੋਈ ਵੀ ਨਹੀਂ। ਸਹਿਰੇ ਉਪਰ ਠਾਡਾ ਘੋਰ ਸੂਰਾ। ਨਾਨਕ ਤਾਂ ਕੇ ਕਾਰਜ ਪੂਰਾ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਸਿਰ ਉੱਪਰ ਰੱਖਿਆ ਕੰਨ ਨੂੰ ਗੁਰੂ ਸੂਰਮਾ ਆਪ ਖਲੋਤਾ ਹੈ। ਜਾਮ ਗੁਰੂ ਹੋਏ ਵੱਲ ਤਨਹਿ ਕੇ ਆਗਾਰ ਬਦਿਆ। ਜਾਮ ਗੁਰੂ ਹੋਏ ਵੱਲ ਲਖ ਵਾਹੇ ਕਿਆ। ਲੱਖਾਂ ਬਾਹਾਂ ਬਾਹਲ ਵੀ ਵਿੰਗਾ ਨਹੀਂ, ਕਿਉਂਕਿ ਗੁਰੂ ਸਮਰੱਥ ਅੰਗ ਸੰਗ ਹੈ। ਗੁਰ ਮੇਰੀ ਸੰਗ ਸਦਾ ਹੈ ਨਾਲੇ। ਤੂੰ ਤਾਂ ਸਦਾ ਅੰਗ ਸੰਗ ਹੈ। ਪਰ ਤੇਰੀ ਭਾਵਨਾ ਬਣ ਜਾਵੇ, ਸ਼ਰਧਾ ਬਣ ਜਾਵੇ ਕਿ ਮੇਰਾ ਮਾਲਕ ਮੇਰੇ ਨਾਲ ਹੈ, ਰੱਖੇਗਾ। ਮਤ ਪੂਰੀ ਅੰਮ੍ਰਿਤ ਜਾ ਕੀ ਰਹਿਟ। ਦਰਸ਼ਨ ਭੇਖਤ ਉਦਰਤ ਸ੍ਰੇਸ਼ਟ। ਜਿਸ ਦੇ ਕਾਰਜਾਂ ਨੂੰ ਵਾਹਿਗੁਰੂ ਆਪ ਪੂਰਨ ਕਰਦਾ। ਗੁਰੂ ਕੈਸੇ ਨੇ? ਜਿਸ ਦੀ ਸਿੱਖਿਆ ਬੁੱਧੀ ਪੂਰੀ ਹੈ। ਸਮਰੱਥ ਗੁਰੂ ਹੈ। ਅੰਮ੍ਰਿਤ ਰੂਪੀ ਨਦਰ ਹੈ ਗੁਰੂ। ਇਸ ਦੇ ਦਰਸ਼ਨ ਨੂੰ ਦੇ ਕੇ ਸੰਪੂਰਨ ਸ੍ਰਿਸ਼ਟੀ ਦਾ ਉਧਾਰ ਹੋ ਜਾਂਦਾ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਚਰਨ ਕਮਲ ਜਾ ਕੇ ਅਨੂਪ। ਸਫਲ ਦਰਸ਼ਨ ਸੁੰਦਰ। ਧਨ ਸੇਵਾ ਸੇਵਕ ਪਰਵਾਨ। ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਦੇ ਹਿਰਦੇ ਦੇ ਵਿੱਚ ਗੁਰੂ ਦੇ ਚਰਨ ਕਮਲ ਅਨੂਪ ਵਸਦੇ ਨੇ। ਚਰਨਾਂ ਦਾ ਧਿਆਨ
ਚਰਨਾਂ ਨੂੰ ਹਿਰਦੇ ਵਿੱਚ ਵਸਾਇਆ, ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ। ਸੋ ਸਫਲ ਦਰਸ਼ਨ ਸੁੰਦਰ ਹਰੀ ਦਾ ਸਰੂਪ ਹੈ, ਜਿਸ ਦੀ ਸੇਵਾ ਪ੍ਰਧਾਨ ਪੁਰਖ ਅੰਤਰਜਾਮੀ ਨੇ ਥਾਂ ਪਾ ਲਈ। ਭਾਈ ਬਹਿਲੋ ਨੇ ਸੇਵਾ ਕੀਤੀ, ਪਰ ਪਾਤਸ਼ਾਹ ਨੇ ਕੈਸੀਆਂ ਬਖਸ਼ਿਸ਼ਾਂ। ਭਾਈ ਬਹਿਲੋ ਸਭ ਤੋਂ ਪਹਿਲਾ ਨੰਬਰ ਲੈ। ਭਾਈ ਮੰਝ ਨੇ ਸੇਵਾ ਕੀਤੀ, ਮੰਝ ਗੁਰੂ ਕਾ ਪਿਆਰਾ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਮੋਹਿਤਾ, ਜਗ ਲੰਘਣ ਸਾਰਾ। ਵੱਡੀਆਂ ਬਖਸ਼ਿਸ਼ਾਂ ਗੁਰਦੇਵ ਨੇ ਕੀਤੀਆਂ ਭਾਈ ਮੰਝ ਤੇ। ਉਹ ਕੈਸਾ ਮਾਲਕ ਦੀ ਸੇਵਾ ਨੂੰ ਥਾਂ ਪਾ ਲਵੇ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਜਾਈ ਨਹੀਂ ਜਾਂਦੀ। ਇੱਕ ਤਿਲ ਨਹੀਂ ਭੰਨੇ ਕਾਲੇ, ਤਿਲ ਦੀ ਘਾਲਣਾ ਵੀ ਥਾਂ ਪੈਂਦੀ ਹੈ। ਉਹ ਸੇਵਕ ਧੰਤਾ ਜੋਗ ਧਨ ਹੋ ਜਾਂਦਾ ਹੈ। ਧਨ ਸੇਵਾ ਸੇਵਕ ਪਦਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਧਨ ਆਖਿਆ ਉਹ ਸੇਵਕ ਨੂੰ ਜਿਹਦੀ ਸੇਵਾ ਥਾਂ ਪਈ। ਜਿਸ ਮਨ ਵਸੈ ਸੋ ਹੋਤ ਨਿਹਾਲ, ਤਾਂ ਕੈ ਨਿਗਟ ਨ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਘਰ ਧਿਆਇਆ। ਜੇ ਸੇਵਕ ਦੇ ਮਨ ਵਿੱਚ ਮੇਰਾ ਗੁਰੂ ਨਾਨਕ ਵਾਹਿਗੁਰੂ ਵਸਦਾ, ਸੋ ਨਿਹਾਲ ਹੋ ਜਾਂਦਾ, ਤੇ ਇਹਦੇ ਨਿਕਟ ਕਾਲ ਨਹੀਂ ਆਉਂਦਾ। ਜਿਨ੍ਹਾਂ ਨੇ ਸੰਤਾਂ ਦੇ ਸੰਗ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਭਾਈ ਸੰਗ ਕੀਤਾ, ਮਹਾਂਪੁਰਸ਼ਾਂ ਦਾ ਨਾਮ ਜਪਿਆ, ਇਹਨਾਂ ਨੇ ਅੰਮ੍ਰਿਤ ਪਦ ਨੂੰ ਪਾ ਲਿਆ, ਤੇ ਉਹ ਅਮਰ ਹੋ ਗਏ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਾਤਸ਼ਾਹ ਫਰਮਾਉਂਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਜਿਸ ਸਮੇਂ ਮੇਰੇ ਪਰਵਰਦਗਾਰ ਵਾਹਿਗੁਰੂ ਨੇ ਕਿਰਪਾ ਕੀਤੀ, ਜਦੋਂ ਤਰਲੋਕੀ ਦਾ ਮਾਲਕ ਬਖਸ਼ਿਸ਼ ਮਹਿਰਾਮਤ ਕਿਰਪਾ ਕਰਦਾ ਹੈ, ਤਾਂ ਭਾਈ ਰੱਬ ਦੇ ਪਿਆਰੇ ਸੰਤ ਮਿਲਦੇ ਨੇ। ਬ੍ਰਹਮ ਸਰੋਤ ਦੀ ਬ੍ਰਹਮ ਦੇਵਟੀ ਗੁਰੂ ਦਾ ਮੇਲ ਹੁੰਦਾ ਹੈ। ਉਹ ਗੁਰੂ ਨੇ ਜਿਨ੍ਹਾਂ ਨੂੰ ਬੁੱਧੀ ਰੂਪ ਨੇਤਰਾਂ ਵਿੱਚ ਗਿਆਨ ਅੰਜਨ ਬਖਸ਼ ਦਿੱਤਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਤਿੰਨਾਂ ਦਾ ਅਗਿਆਨ ਰੂਪ ਅੰਧਕਾਰ ਭਾਈ ਨਾਸ ਹੋ ਗਿਆ, ਬਖਸ਼ਿਸ਼ਾਂ ਹੋ ਗਿਆ, ਤੇ ਤਿੰਨਾਂ ਦੇ ਮਨ ਵਿੱਚ ਵਾਹਿਗੁਰੂ ਦੇ ਸਰੂਪ ਦਾ ਪ੍ਰਕਾਸ਼ ਹੋ ਗਿਆ। ਆਸਟ ਬਰੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਜਿਨ੍ਹਾਂ ਨੂੰ ਸੰਤਾਂ ਦੇ ਸੰਗ ਦੁਆਰਾ ਪ੍ਰਭੂ ਦਾ ਨਾਮ ਪਿਆਰਾ ਮਿੱਠਾ ਲੱਗਿਆ, ਤੇ ਇਹਨਾਂ ਨੇ ਆਪਣੇ ਅੰਤਸ਼ਕਰਨ ਵਿੱਚ ਪ੍ਰਭੂ ਨੂੰ ਦੇਖਿਆ ਹੈ। ਸਗਲ ਸਮਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ ਡਾਹੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਜੋ ਅਨੇਕ ਰੰਗਾਂ ਦੀ, ਨਾਨਾ ਪ੍ਰਕਾਰਾਂ ਦੀ ਦ੍ਰਿਸ਼ਟੀ ਆਉਂਦੀ ਹੈ ਸਮਗਰੀ ਜਗਤ, ਦੇਖਦੇ ਤੱਕਦੇ ਕਿ ਸੁੰਦਰ ਜਗਤ ਦੀ ਮੇਰੇ ਵਾਹਿਗੁਰੂ ਨੇ ਰਚਨਾ ਰਚੀ ਹੈ। ਇਹ ਸੰਪੂਰਨ ਸਮਗਰੀ ਜਗਤ ਨੂੰ ਵਾਹਿਗੁਰੂ ਦੇ ਸਰੀਰ ਵਿੱਚ ਹੈ। ਇੱਕ ਰੂਮ ਵਿੱਚ ਕੋਟਾਨ ਕੋਟ ਬ੍ਰਹਿਮੰਡ ਨੇ, ਉਹ ਮਾਲਕ ਦੇ ਘਰ ਵਿੱਚ ਬੈਠਾ ਹੈ। ਵਿਰਾਟ ਰੂਪ ਸਰੀਰ ਹੈ, 9 ਨਿਧੀਆਂ ਦੇ ਦੇਣ ਖਾਰਾ। ਅੰਮ੍ਰਿਤ ਰੂਪ
जो वाहिगुरु दा नाम है भाई। अमृत रूप नाम नौ निधियां दे देने खाना। जब इस दा गुरु द्वारे मानस देही विच प्रवेश हो जावे तब ये जीव स्थिति नूं पा लैंदा। पातशाह फरमाउंदे ने नौ निध अमृत प्रभ का नाम। नौ निधियां सोना चांदी आदि सुते मिल जांदियां ने सारे पदार्थ नौ निधियां। नव निधि 18 सिद्धि पिछे लगियां फिर हैं जो घर हिरदे सदा वसाए। क्योंकि नाम दे विच बख्शीशां ने सारियां। देही मैं इसका विश्राम सुते ही बख्शीशां पा लैंदा। जे नाम नूं एक नाम दे जपदे आ कैसियां बख्शीशां ने फिर क्यों ना जपीए। सोन समाद अनहत तहनाद कहन न जाई अचरज बेसमाद। तिन देखिया जिस आप दिखाए नानक तिस जन सोजी पाए। जिस स्थिति को प्राप्त करके इन्हों की फुल में निर्विकल्प समाधि हो जाती है। फिर फुलते नहीं फुलते मन जुड़ जाता। एक रात शब्द सुनता है अनहद धुनी प्रगट हो जाती है। तिन पुरुषों की महिमा पातशाह फरमाउंदे नहीं भाई कही नहीं जाती। कहन ना जाई अचरज बिसमा। क्योंकि वो अचरज रूप को प्राप्त करके अचरज रूप ही हो गए। जिसनों वाहिगुरु आप दिखाए तैन देखिया जिसे आप दिखाए नानक तिस जन सूझी पाए। ऐसा सूप तिसने देखिया जिसनों दिखावे। जिसनों तू जाना है सोई जन जाने। वो जानेगा तू जाने। ये वाहिगुरु की बख्शिश है। इसी जानो आप स्वामी समझ पाउंदा। आप मेरा वाहिगुरु सूझी दिंदा। सो अंतर सो बाहर अनंत घट घट व्याप रहा भगवंत। तरन माहे आकाश पायाल सर्वलोक पूरन प्रतपाल। सोई सो अनंत रूप भगवंत घटा घटा अंदर व्यापिया होया। धरती आकाश पताल आदि सर्व लोकां विच पूरन होके सबना की प्रतिपालना करता। बन तैन पर्वत है पार ब्रह्म जैसी आज्ञा तैसा कर्म। पौन पानी बै संत रमाही चार कुंट दह दिसे समाही। बना विच भी बैठा है त्रिणा विच सर्व पर्वतां विच मेरा वाहिगुरु व्यापक है भाई। जैसी जैसी उसकी आज्ञा होती है तैसे ही ये जीव कर्म करता। पौन पानी अग्नि आकाश धरती चारे कुंटा के अर्घ दसां विच आप समाया है मेरा वाहिगुरु। तिस ते पैन नहीं कोठाओ गुर प्रसाद नानक सुख पाओ। तिस ते पैन नहीं कोठाओ गुर प्रसाद नानक सुख पाओ। भाई तिस ते पैन कोई स्थान ही नहीं। ये भाई गुरु की कृपा ते सुख स्वरूप नूं पा लै। गुरु वाला बन सतगुरु के उपदेश ते चलीए। गुर शब्दी गुरमतिए बणीए नाम नूं जपीए। संग करिए सतपुरुषां दा अपना अमोलक जन्म सफल हो जावेगा। के अचुत